मैनू उत्तर देवे, तैनू पुकारा जदों यहोवा मेरी आस है, यहोवा मेरा साथ है, यहोवा हर गल दा मैनू उत्तर देवे, तैनू पुकारा जदों यहोवा, तैनू पुकारा जदों यहोवा। रब्बा मेरेया, रब्बा मेरेया, रब्बा मेरेया, रब्बा मेरेया, तेरे कोल आने हां, सिर नूं झुकाने हां, तू सुन ले दुआवां रब्बा मेरेया, तेरे कोल आने हां, सिर नूं झुकाने हां, तू सुन ले दुआवां रब्बा मेरेया। आओ असीं सारे अपनी ਅੱਖਾਂ ਨੂੰ ਬੰਦ ਕਰੀਏ। ਪ੍ਰਭੂ ਯਿਸੂ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰਾਂਗੇ। ਸਾਡੇ ਪ੍ਰਭੂ ਯਿਸੂ ਇਸ ਸਮਾਂ ਇਸ ਪਵਿੱਤਰ ਕੁਰਬਾਨੀ ਦੇ ਜ਼ਰੀਏ ਉਸ ਦਾ ਪਵਿੱਤਰ ਬਦਨ ਅਤੇ ਲਹੂ ਸਾਨੂੰ ਪ੍ਰਦਾਨ ਕਰਨ ਲਈ ਤਿਆਰ ਹਨ। ਪੂਰੇ ਵਿਸ਼ਵਾਸ ਦੇ ਨਾਲ ਆਏ ਅਸੀਂ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲਈ। ਪ੍ਰਭੂ ਯਿਸੂ ਸਾਨੂੰ ਕਹਿੰਦਾ ਹੈ, ਧੱਕੇ ਮਾਂ ਦੇ ਭਾਰ ਦੇ ਹੇਠ ਦੱਬੇ ਹੋਏ ਹੋ, ਤੁਸੀਂ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਪ੍ਰਭੂ ਯਿਸੂ ਮਸੀਹ ਸੱਚਮੁੱਚ ਆਪਣੇ ਦੁੱਖਾਂ ਨੂੰ, ਦਰਦਾਂ ਨੂੰ ਦੂਰ ਕਰਨ ਲਈ ਅਤੇ ਸਾਡੀ ਪਰੇਸ਼ਾਨੀਆਂ ਨੂੰ ਸਾਡੀ ਜ਼ਿੰਦਗੀ ਤੋਂ ਦੂਰ ਕਰਨ ਲਈ ਇਸ ਸਮਾਂ ਤਿਆਰ ਹਨ। ਇਸ ਮਹਾਮਾਰੀ ਦੇ ਵੇਲੇ ਸਾਡੇ ਪਰਿਵਾਰਾਂ ਦੇ ਵਿੱਚ ਜਿੰਨੇ ਵੀ ਭੈਣ ਭਰਾਵਾਂ ਵੱਖ-ਵੱਖ ਬਿਮਾਰੀਆਂ ਦੇ ਕਰਕੇ ਪੀੜਿਤ ਹਨ, ਉਹਨਾਂ ਸਾਰਿਆਂ ਨੂੰ ਇਸ ਅਲਤਾਰ ਦੇ ਸਾਹਮਣੇ ਭੇਂਟ ਚੜਾਈਏ। ਜੇਕਰ ਕਿਸੇ ਦੇ ਨਾਲ ਕੋਈ ਵੀ ਤਰ੍ਹਾਂ ਦਾ ਵੈਰ ਵਿਰੋਧ ਹੈ ਜਾਂ ਕੋਈ ਵੀ ਤਰ੍ਹਾਂ ਦਾ ਗੁੱਸਾ ਹੈ, ਆਓ ਅਸੀਂ ਪ੍ਰਭੂ ਦੇ ਅੱਗੇ ਮਾਫੀ ਮੰਗੀਏ। ਪ੍ਰਾਰਥਨਾ ਭਵਨ ਟੀਵੀ ਦੇ ਜ਼ਰੀਏ ਜਿੰਨੇ ਵੀ ਭੈਣ ਭਰਾ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲੈ ਰਹੇ ਹਨ, ਪਿਆਰਿਓ, ਆਪਣੀ ਜ਼ਿੰਦਗੀ ਨੂੰ ਪ੍ਰਭੂ ਦੇ ਸਾਹਮਣੇ ਪੇਸ਼ ਕਰੋ। ਆਓ ਅਸੀਂ ਸੱਚੇ ਦਿਲੋਂ ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲਈਏ। ਬਾਪ ਤੇ ਬੇਟੇ ਤੇ ਰੂਹ ਪਾਕ ਦੇ ਨਾਮ ਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪਣੇ ਸਾਰੇ ਗੁਨਾਹਾਂ ਨੇ ਇਸ ਵਕਤ ਚੇਤੇ ਕਰੀਏ। ਸੱਚੇ ਦਿਲੋਂ ਪ੍ਰਭੂ ਯਿਸੂ ਤੋਂ ਮਾਫੀ ਮੰਗੀ। ਅੱਜ ਦੀ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋਣ ਲਈ, ਆਪਣੀ ਜ਼ਿੰਦਗੀ ਦੇ ਵਿੱਚ ਪ੍ਰਭੂ ਦੇ ਵਰਦਾਨਾਂ ਨੂੰ, ਆਸ਼ੀਸ਼ਾਂ ਨੂੰ ਪ੍ਰਾਪਤ ਕਰਨ ਲਈ ਆਓ ਅਸੀਂ ਪ੍ਰਭੂ ਯਿਸੂ ਤੋਂ ਮਾਫੀ ਮੰਗਦੇ ਹੋਏ ਆਪਣੇ ਆਪ ਨੂੰ ਤਿਆਰ ਕਰੀਏ। ਆਪਣੇ ਸਾਰੇ ਗੁਨਾਹਾਂ ਦੇ ਉੱਤੇ ਸੱਚਾ ਤੌਬਾ ਕਰਦੇ ਹੋਏ ਆਓ ਅਸੀਂ ਮਿਲ ਕੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਧੰਨ ਸਦਾ ਕੁਆਰੀ ਮਰੀਅਮ ਸਾਰੇ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ, ਮੈਂ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੀ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। ਆਮੀਨ।
ए प्रभु दया कर, ए प्रभु दया कर, ए मसीहा दया कर, ए मसीहा दया कर, ए प्रभु दया कर। ए प्रभु दया कर। ਅਸੀਂ ਪ੍ਰਾਰਥਨਾ ਕਰੀਏ। ਏ ਖੁਦਾ ਤੂੰ ਹੀ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈ, ਜੋ ਸਹੀ ਅਤੇ ਪਾਕ ਹੈ। ਉਹਨਾਂ ਨੂੰ ਪਛਾਣਨ ਲਈ ਸਾਨੂੰ ਪ੍ਰੇਰਣਾ ਦੇ ਅਤੇ ਸਾਡੇ ਰੋਜ਼ਾਨਾ ਜੀਵਨ ਵਿੱਚ ਉਹਨਾਂ ਨੂੰ ਕਰ ਨਿਭਾਉਣ ਲਈ ਸਾਡੀ ਮਦਦ ਕਰ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕਰ। ਆਮੀਨ। ਪਾਠ ਪਹਿਲਾ ਕੁਰਿੰਥੀਆਂ ਦੇ ਨਾਮ ਦੂਜੇ ਪੱਤਰ ਵਿੱਚੋਂ, ਉਸ ਦਾ 3 ਬਾਬ 15 ਆਇਤ, 4 ਬਾਬ 1 ਆਇਤ ਅਤੇ 3 ਤੋਂ 6 ਆਇਤ ਤੱਕ। ਹਾਂ, ਜਦੋਂ ਮੂਸਾ ਦਾ ਗ੍ਰੰਥ ਪੜ੍ਹ ਕੇ ਸੁਣਾਇਆ ਜਾਂਦਾ ਹੈ ਤਾਂ ਉਹਨਾਂ ਦੇ ਮਨਾਂ ਉੱਤੇ ਅੱਜ ਵੀ ਉਹ ਪਰਦਾ ਪਿਆ ਰਹਿੰਦਾ ਹੈ, ਪਰ ਜਦੋਂ ਕੋਈ ਮਨੁੱਖ ਪ੍ਰਭੂ ਵੱਲ ਮੁੜਦਾ ਹੈ ਤਾਂ ਉਹ ਪਰਦਾ ਹਟ ਜਾਂਦਾ ਹੈ। ਕਿਉਂ ਜੋ ਖੁਦਾ ਦੀ ਆਪਣੀ ਮਿਹਰ ਨਾਲ ਅਸੀਂ ਇਸ ਸੇਵਕਾਈ ਵਿੱਚ ਰੁੱਝੇ ਹੋਏ ਹਾਂ, ਇਸ ਲਈ ਅਸੀਂ ਦਿਲ ਨਹੀਂ ਛੱਡਦੇ ਹਾਂ। ਅਤੇ ਜੇਕਰ ਸਾਡਾ ਸ਼ੁਭ ਸਮਾਚਾਰ ਕਿਸੇ ਤਰ੍ਹਾਂ ਪਰਦੇ ਹੇਠ ਛਿਪਿਆ ਲੱਗਦਾ ਹੈ ਤਾਂ ਇਹ ਉਹਨਾਂ ਲਈ ਹੈ ਜੋ ਸਰਵਨਾਸ਼ ਦੀ ਰਾਹ ਉੱਤੇ ਹਨ। ਉਹਨਾਂ ਦੇ ਬਾਰੇ ਇਹ ਕਹਿਣਾ ਸਹੀ ਹੈ ਕਿ ਇਸ ਸੰਸਾਰ ਦੇ ਦੇਵਤਾ ਨੇ ਈਮਾਨ ਨਾ ਲਿਆਉਣ ਵਾਲਿਆਂ ਦੇ ਮਨ ਨੂੰ ਇਸ ਤਰ੍ਹਾਂ ਅੰਨਾ ਬਣਾ ਰੱਖਿਆ ਹੈ ਕਿ ਉਹ ਮਸੀਹ ਦੀ ਮਹਿਮਾ ਦੇ ਸ਼ੁਭ ਸਮਾਚਾਰ ਦੀ ਜੋਤ ਦੇਖ ਨਾ ਸਕਣ। ਮਸੀਹ ਜੋ ਖੁਦਾ ਦੀ ਐਨ ਸੂਰਤ ਹੈ, ਕਿਉਂਕਿ ਅਸੀਂ ਆਪਣੇ ਆਪ ਦਾ ਨਹੀਂ ਸਗੋਂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ ਕਿ ਉਹ ਪ੍ਰਭੂ ਹੈ, ਅਤੇ ਯਿਸੂ ਦੀ ਖਾਤਰ ਅਸੀਂ ਆਪ ਤੁਹਾਡੇ ਦਾਸ ਹਾਂ। ਕਿਉਂਕਿ ਇਹ ਖੁਦਾ ਹੈ ਜਿਸ ਨੇ ਕਿਹਾ ਸੀ, ਹਨੇਰੇ ਵਿੱਚ ਚਾਨਣ ਹੋ ਜਾਵੇ। ਉਸੇ ਨੇ ਸਾਡੇ ਦਿਲਾਂ ਨੂੰ ਆਪਣੇ ਚਾਨਣ ਨਾਲ ਰੌਸ਼ਨ ਕੀਤਾ ਹੈ, ਤਾਂ ਜੋ ਅਸੀਂ ਖੁਦਾ ਦੀ ਉਸ ਮਹਿਮਾ ਦੇ ਗਿਆਨ ਦਾ ਚਾਨਣ ਤੁਹਾਨੂੰ ਦੇਈਏ ਜੋ ਮਸੀਹ ਦੇ ਚਿਹਰੇ ਉੱਤੇ ਚਮਕਦੀ ਹੈ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ। जो कि
प्रभु तुहाडे नाल होवे। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पाठ पवित्र अंजील दा संतमती दे अनुसार। ਤੇਰੀ ਵਡਿਆਈ ਹੋਵੇ ਐ ਪ੍ਰਭੂ। मैं तुहानू कहता हाँ, जद तक तुहाडी धार्मिकता धर्म ग्रंथियां ਅਤੇ ਫਰੀਸਿਆਂ ਦੀ ਧਾਰਮਿਕਤਾ ਤੋਂ ਅੱਗੇ ਨਹੀਂ ਵਧਦੀ ਤਾਂ ਤੁਸੀਂ ਕਦੀ ਵੀ ਸੁਰਗ ਰਾਜ ਵਿੱਚ ਦਾਖਲ ਨਹੀਂ ਹੋਵੋਗੇ। ਤੁਸੀਂ ਸੁਣਿਆ ਹੈ ਕਿ ਤੁਹਾਡੇ ਪੁਰਖਿਆਂ ਨੂੰ ਇਹ ਕਿਹਾ ਗਿਆ ਹੈ, ਤੁਸੀਂ ਕਤਲ ਨਹੀਂ ਕਰਨਾ ਅਤੇ ਜੋ ਕੋਈ ਕਤਲ ਕਰਦਾ ਹੈ ਉਹ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਨਾਲ ਗੁੱਸਾ ਕਰਦਾ ਹੈ ਉਹ ਦੋਸ਼ੀ ਠਹਿਰਾਇਆ ਜਾਵੇਗਾ। ਜੋ ਕੋਈ ਆਪਣੇ ਭਰਾ ਦੀ ਨਿੰਦਾ ਕਰਦਾ ਹੈ ਉਹ ਸਭਾ ਵਿੱਚ ਜ਼ਿੰਮੇਵਾਰ ਠਹਿਰਾਇਆ ਜਾਵੇਗਾ। ਅਤੇ ਜੋ ਕੋਈ ਕਹਿੰਦਾ ਹੈ ਓਏ ਮੂਰਖਾਂ, ਉਹ ਨਰਕ ਦੀ ਅੱਗ ਦਾ ਦੋਸ਼ੀ ਠਹਿਰਾਇਆ ਜਾਵੇਗਾ। ਇਸ ਲਈ ਜੇਕਰ ਤੁਸੀਂ ਵੇਦੀ ਤੇ ਆਪਣੀ ਭੇਂਟ ਚੜਾ ਰਹੇ ਹੋ ਅਤੇ ਤੁਹਾਨੂੰ ਉੱਥੇ ਚੇਤਾ ਆਵੇ ਕਿ ਤੁਹਾਡੇ ਭਰਾ ਨੂੰ ਤੁਹਾਡੇ ਨਾਲ ਕੋਈ ਗਿਲਾ ਹੈ ਤਾਂ ਆਪਣੀ ਭੇਂਟ ਉੱਥੇ ਵੀ ਵੇਦੀ ਦੇ ਅੱਗੇ ਛੱਡ ਦਿਓ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸਲਾਹ ਕਰੋ ਅਤੇ ਫਿਰ ਆ ਕੇ ਆਪਣੀ ਭੇਂਟ ਚੜਾਵੋ। ਆਪਣੇ ਮੁੱਦੇ ਨਾਲ ਅਦਾਲਤ ਨੂੰ ਜਾਂਦੇ ਸਮੇਂ ਹੀ ਛੇਤੀ ਨਾਲ ਸਮਝੌਤਾ ਕਰ ਲਵੋ, ਨਹੀਂ ਤਾਂ ਉਹ ਤੁਹਾਨੂੰ ਨਿਅੰਕਾਰ ਦੇ ਹਵਾਲੇ ਕਰ ਦੇਵੇਗਾ ਅਤੇ ਨਿਅੰਕਾਰ ਤੁਹਾਨੂੰ ਦਰੋਗੇ ਦੇ ਹਵਾਲੇ ਕਰ ਦੇਵੇਗਾ ਅਤੇ ਤੁਸੀਂ ਕੈਦਖਾਨੇ ਵਿੱਚ ਸੁੱਟੇ ਜਾਵੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜਦ ਤੱਕ ਤੁਸੀਂ ਕੌੜੀ ਚੁਕਾਨ ਨਹੀਂ ਦਿਓਗੇ ਤੁਸੀਂ ਉੱਥੋਂ ਨਿਕਲ ਨਹੀਂ ਪਾਓਗੇ। प्रभु दी पवित्र अंजील। तेरी महिमा होवे ऐ मसीहा। प्रभु यीशु मसीह दे विच मेरे प्यारे भराओ ते भैणों ते बच्चियों सारियां नूं जय यीशु मसीह दी। अज दा दिन असीं बड़ी खुशी दे नाल इस पवित्र कुर्बानी दे विच शामिल हुंदे हां। असीं बड़े श्रद्धा दे नाल भगती दे नाल इस पाकमास दी कुर्बानी दे विच प्रार्थना भवन टीवी दे जरिए शामिल हुंदे हां। हर एक इंसान अपनी जिंदगी दे विच खुदा दी बरकत वख-वख तरह पाउंदे हन। विशेष करके इन्हां समां दे विच सानूं पता है जिन्ने भी भैन भरावां इस समा पाकमास दी कुर्बानी दे विच शामिल हुंदे हन, हर एक व्यक्ति बीत गए रात दे समा खुदा तो बरकतां पाई। इस समा प्रभु दे पवित्र कुर्बानी दे विच शामिल होण लई, पाकमास दी कुर्बानी दे विच भाग लैण लई इस प्रार्थना भवन टीवी दे सामने तुसीं बैठे हो, ये भी खुदा दी एक सब तो वड्डी बरकत है। हाँ प्यारियों, असीं खुदा दी उस आशीष दे उत्ते भरोसा रखीए ਅਤੇ ਉਸ ਆਸ਼ੀਸ਼ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਵੀਕਾਰ ਕਰਨ ਲਈ ਯੋਗ ਬਣੇ। ਜਦੋਂ ਖੁਦਾ ਨੇ ਇਨਸਾਨ ਨੂੰ ਇਸ ਧਰਤੀ ਉੱਤੇ ਰਚਨਾ ਕੀਤੀ, ਖੁਦਾ ਨੇ ਇਸ ਧਰਤੀ ਉੱਤੇ ਇਨਸਾਨ ਨੂੰ ਬਣਾਇਆ, ਉਸ ਦਾ ਇੱਕ ਮਕਸਦ ਸੀ ਕਿ ਇਨਸਾਨ ਖੁਦਾ ਨੂੰ ਚੰਗੀ ਤਰ੍ਹਾਂ ਜਾਣੀਏ, ਇਨਸਾਨ ਖੁਦਾ ਨੂੰ ਪਿਆਰ ਕਰੀਏ, ਇਨਸਾਨ ਖੁਦਾ ਦੀ ਸੇਵਾ ਕਰੀਏ ਅਤੇ ਆਖਿਰ ਵਿੱਚ ਇਨਸਾਨ खुदा दी महिमा गाइए, स्वर्ग राज दे विच महिमा गाइए। इस मकसद दे लई खुदा बाप ने धरती उत्ते इंसान दी रचना कीती अते हर एक इंसान दे विच दो तरह दी शक्तियां हुंदियां ते खास करके जो आत्मा जो खुदा तो सानू मिलिया है, जो रूह पाक जो पवित्र आत्मा दी शक्ति साडे विच आई है, वो एक शक्ति है। अते उसी तरह ओदे नालों नाल साडे आत्मा जदों असी जान पुछ के खुदा दी आत्मा नूं असी इनकार करदे हां, उस समा उत्थे शैतान दी शक्ति वास करदी है। ते प्यारियों, अज
ਪਵਿੱਤਰ ਵਚਨ ਅਸਾਂ ਸਾਰੇ ਬਹੁਤ ਵਧੀਆ ਢੰਗ ਦੇ ਨਾਲ ਪੜ੍ਹਿਆ ਸੁਣਿਆ ਹੈ। ਪਵਿੱਤਰ ਵਚਨ ਦੇ ਰਾਹੀਂ ਸਾਡੀ ਪ੍ਰਭੂ ਯਿਸੂ ਮਸੀਹ ਸਾਨੂੰ ਇੱਕ ਖਾਸ ਸਿੱਖਿਆ ਦਿੰਦਾ ਹੈ ਕਿ ਤੁਸੀਂ ਵੀ ਤੁਹਾਡੇ ਵਿੱਚ ਜੇਕਰ ਕੋਈ ਵੀ ਤਰ੍ਹਾਂ ਦੇ ਗਿਲਾ ਹੈ, ਕਿਸੇ ਦੇ ਨਾਲ ਕੋਈ ਵੀ ਤਰ੍ਹਾਂ ਦੇ ਵੈਰ ਵਿਰੋਧ ਹੈ, ਯਾਨੀ ਤੁਹਾਡੇ ਵਿੱਚ ਸ਼ੈਤਾਨ ਦੀ ਸ਼ਕਤੀ ਹੈ, ਉਸ ਸ਼ਕਤੀ ਨੂੰ ਸਭ ਤੋਂ ਪਹਿਲਾਂ ਤੁਹਾਡੇ ਇਸ ਸਰੀਰ ਦੇ ਵਿੱਚੋਂ ਬਾਹਰ ਕੱਢਣਾ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਗੈਰ ਪਵਿੱਤਰ ਕੁਰਬਾਨੀ ਦੇ ਵਿੱਚ ਤੁਸੀਂ ਸ਼ਾਮਲ ਨਹੀਂ ਹੋ ਸਕਦੇ। ਜਿੱਥੇ ਖੁਦਾ ਦੀ ਆਤਮਾ ਵਾਸ ਕਰਦੇ ਆ ਉੱਥੇ ਸ਼ੈਤਾਨ ਕਦੀ ਵੀ ਨਹੀਂ ਆ ਸਕਦਾ। ਜਿੱਥੇ ਖੁਦਾ ਦੀ ਸ਼ਕਤੀ ਕੰਮ ਕਰਦਾ ਹੈ ਉੱਥੇ ਸ਼ੈਤਾਨ ਦਾ ਕੰਮ ਨਹੀਂ ਕਰ ਸਕਦਾ। ਹਾਂ ਪਿਆਰਿਓ, ਅੱਜ ਦਾ ਪਵਿੱਤਰ ਵਚਨ ਵੱਲ ਅਸੀਂ ਥੋੜੀ ਛਾਤੀ ਮਾਰ ਕੇ ਦੇਖੀਏ। ਪਵਿੱਤਰ ਵਚਨ ਸੰਤ ਮੱਤੀ ਦੀ ਅੰਜੀਲ ਉਸ ਦਾ 5 ਬਾਬ ਦੇ 21 ਆਇਤ ਤੋਂ ਅਸੀਂ ਪੜ੍ਹਦੇ ਹਾਂ ਗੁੱਸਾ ਦੇ ਬਾਰੇ। ਪਵਿੱਤਰ ਵਚਨ ਦੇ ਵਿੱਚ ਇਹ ਲਿਖਿਆ, ਤੁਸੀਂ ਸੁਣਿਆ ਹੈ ਕਿ ਤੁਹਾਡੇ ਪੁਰਖਿਆਂ ਨੂੰ ਇਹ ਕਿਹਾ ਗਿਆ ਹੈ ਤੁਸੀਂ ਕਤਲ ਨਹੀਂ ਕਰਨਾ, ਅਤੇ ਜੋ ਕੋਈ ਕਤਲ ਕਰਦਾ ਹੈ ਉਹ ਦੋਸ਼ੀ ਠਹਿਰਾਇਆ ਜਾਵੇਗਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਆਪਣੇ ਭਰਾ ਨਾਲ ਗੁੱਸਾ ਕਰਦਾ ਹੈ ਉਹ ਦੋਸ਼ੀ ਠਹਿਰਾਇਆ ਜਾਵੇਗਾ। ਪੁਰਾਣੇ ਨਿਯਮ ਦੇ ਵਿੱਚ ਇੱਕ ਆਗਿਆ ਸੀ, ਇੱਕ ਸਿੱਖਿਆ ਸੀ ਕਿ ਜੇਕਰ ਕੋਈ ਵੀ ਆਪਣੇ ਭਰਾ ਦੇ ਕਤਲ ਕਰਦਾ ਹੈ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਸੀ। ਲੇਕਿਨ ਪ੍ਰਭੂ ਯਿਸੂ ਮਸੀਹ ਉਸ ਸਿੱਖਿਆ ਨੂੰ ਥੋੜਾ ਬਦਲ ਦਿੰਦਾ ਹੈ। ਜੇਕਰ ਤੁਸੀਂ ਤੁਹਾਡੇ ਭਰਾ ਨੂੰ ਕੋਈ ਵੀ ਗੁੱਸੇ ਨਾਲ ਦੇਖਦਾ ਹੈ ਜਾਂ ਕਿਸੇ ਦੇ ਨਾਲ ਕੋਈ ਵੀ ਤਰ੍ਹਾਂ ਦਾ ਗੁੱਸਾ ਕਰਦਾ ਹੈ ਉਹ ਵੀ ਦੋਸ਼ੀ ਠਹਿਰਾਇਆ ਜਾਂਦਾ ਹੈ। ਹਾਂ ਪਿਆਰੀ, ਇਹ ਸੋਚਣ ਵਾਲੀ ਗੱਲ ਹੈ। ਅਸੀਂ ਇਸ ਸਮਾਜ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਰਹਿੰਦੇ ਹਾਂ। ਅਸੀਂ ਇਸ ਸਮਾਜ ਦੇ ਵਿੱਚ, ਸਾਡੀ ਕਲੀਸਿਆ ਦੇ ਵਿੱਚ ਅਤੇ ਇਸ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਮੇਲ ਮਿਲਾਪ ਕਰਦੇ ਹਾਂ। ਬਹੁਤ ਸਾਰੇ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਆਪਣੀ ਜ਼ਿੰਦਗੀ ਉਹਨਾਂ ਦੇ ਨਾਲ ਸਾਂਝੀ ਕਰਦੇ ਹਾਂ। ਲੇਕਿਨ ਇਹ ਸੱਚਾਈ ਨੂੰ ਜਾਣੀਏ ਕਿ ਅਸੀਂ ਵੀ ਜੇਕਰ ਉਹਨਾਂ ਸਾਰੇ ਭੈਣ ਭਰਾਵਾਂ ਦੇ ਨਾਲ ਕਦੀ ਵੀ ਇੱਕ ਸਮਾਂ ਵੀ, ਇੱਕ ਵਕਤ ਵੀ, ਇੱਕ ਮਿੰਟ ਵੀ ਉਹਨਾਂ ਦੇ ਨਾਲ ਕੋਈ ਵੀ ਤਰ੍ਹਾਂ ਦੇ ਗੁੱਸਾ ਕੀਤਾ ਤਾਂ ਸਾਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ। ਅਤੇ ਉਸੇ ਤਰ੍ਹਾਂ ਬਾਅਦ ਵਿੱਚ ਪ੍ਰਭੂ ਯਿਸੂ ਕਹਿੰਦਾ ਹੈ ਕਿ ਜੇਕਰ ਤੁਹਾਨੂੰ ਤੁਹਾਡੇ ਭਰਾ ਦੇ ਖਿਲਾਫ, ਤੁਹਾਡੇ ਗੁਆਂਢੀ ਦੇ ਖਿਲਾਫ, ਤੁਹਾਡੇ ਭੈਣ ਭਰਾਵਾਂ ਦੇ ਖਿਲਾਫ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਖਿਲਾਫ ਜਾਂ ਤੁਹਾਡੇ ਦੋਸਤਾਂ ਦੇ ਖਿਲਾਫ ਕੋਈ ਵੀ ਤਰ੍ਹਾਂ ਦੇ ਗਿਲਾ ਹੈ ਜਾਂ ਕੋਈ ਵੀ ਤਰ੍ਹਾਂ ਦੇ ਗੁੱਸਾ ਹੈ, ਉਹਨਾਂ ਸਾਰੇ ਗੁੱਸਾ ਨੂੰ ਪਵਿੱਤਰ ਬਲਿਵੇਦੀ ਦੇ ਸਾਹਮਣੇ ਭੇਂਟ ਚੜਾਓ। ਸਭ ਤੋਂ ਪਹਿਲਾਂ ਪਵਿੱਤਰ ਕੁਰਬਾਨੀ ਚੜਾਉਣ ਤੋਂ ਪਹਿਲਾਂ ਉਸ ਨੂੰ ਸਮਰਪਿਤ ਕਰਕੇ ਉੱਥੇ ਛੱਡ ਕੇ ਤੁਸੀਂ ਆਪਣੇ ਭੈਣ ਭਰਾਵਾਂ ਦੇ ਨਾਲ ਜਾ ਕੇ ਮੇਲ ਮਿਲਾਪ ਕਰਨਾ, ਰਿਕਨਸੀਲੀਏਸ਼ਨ, ਮੇਲ ਮਿਲਾਪ ਕਰਨਾ, ਤਾਂ ਕਿ ਅਸੀਂ ਵੀ ਪ੍ਰਭੂ ਦੀ ਇਸ ਪਵਿੱਤਰ ਕੁਰਬਾਨੀ ਜੋ ਸਭ ਤੋਂ ਉੱਤਮ ਪਵਿੱਤਰ ਕੁਰਬਾਨੀ ਹੈ, ਪਵਿੱਤਰ ਪ੍ਰਾਰਥਨਾ ਹੈ, ਉਸ ਦੇ ਵਿੱਚ ਸ਼ਾਮਲ ਹੋ ਸਕੇ। ਹਾਂ ਪਿਆਰਿਓ, ਇਸ ਪਵਿੱਤਰ ਕੁਰਬਾਨੀ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਰਹੇ ਹੋ। ਸਾਡੇ ਲਈ ਪ੍ਰਭੂ ਯਿਸੂ ਮਸੀਹ ਇਹ ਸੰਦੇਸ਼ ਦਿੰਦਾ ਹੈ ਇਸ ਮਹਾਮਾਰੀ ਦੇ ਵੇਲੇ ਵੀ ਕਿ ਜੇਕਰ ਤੁਹਾਡੇ ਵਿੱਚ ਕੋਈ ਵੀ ਤਰ੍ਹਾਂ ਦੇ ਗਿਲਾ ਹੈ, ਕੋਈ ਵੀ ਤਰ੍ਹਾਂ ਦੇ ਕਮੀਆਂ ਕਮਜ਼ੋਰੀਆਂ ਹਨ, ਉਹਨਾਂ ਸਾਰਿਆਂ ਨੂੰ ਇਸ ਅਲਤਾਰ ਦੇ ਸਾਹਮਣੇ ਭੇਂਟ ਚੜਾਓ, ਛੱਡ ਕੇ ਜਾਇਓ। ਅਤੇ ਜਦ ਤੱਕ ਤੁਸੀਂ ਇਸ ਗਲਤੀਆਂ ਨੂੰ, ਤੁਹਾਡੇ ਕਮੀਆਂ ਨੂੰ, ਕਮਜ਼ੋਰੀਆਂ ਨੂੰ ਨਹੀਂ ਛੱਡਦੇ, ਇਸ ਪਵਿੱਤਰ ਕੁਰਬਾਨੀ ਦੇ ਵਿੱਚ ਯੋਗ ਢੰਗ ਦੇ ਨਾਲ ਭਾਗ ਨਹੀਂ ਲੈ ਸਕਦੇ। ਪਵਿੱਤਰ ਕੁਰਬਾਨੀ ਦੇ ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਇਹੀ ਪ੍ਰਾਰਥਨਾ, ਆਪਣੇ ਗੁਨਾਹਾਂ ਦੇ ਲਈ ਮਾਫੀ ਮੰਗਣ ਦੀ ਇੱਕ ਪ੍ਰਾਰਥਨਾ ਹੁੰਦੀ ਹੈ। ਮੈਂ ਇਕਬਾਲ ਕਰਦਾ ਹਾਂ ਉਸ ਪ੍ਰਾਰਥਨਾ ਕਰਨ ਤੋਂ ਪਹਿਲਾਂ ਪੁਰੋਹਿਤ ਇਹੀ ਪ੍ਰਾਰਥਨਾ ਕਰਦੇ ਹਨ, ਆइए ਪਿਆਰੇ ਭਰਾਓ ਤੇ ਭੈਣੋ, ਅਸੀਂ ਆਪਣੇ ਸਾਰੇ ਗੁਨਾਹਾਂ ਨੂੰ ਚੇਤੇ ਕਰੀਏ, ਅਸੀਂ ਆਪਣੇ ਸਾਰੇ ਗਲਤੀਆਂ ਨੂੰ, ਗੁਨਾਹਾਂ ਨੂੰ ਚੇਤੇ ਕਰੀਏ, ਤਾਂ ਕਿ ਉਹਨਾਂ ਸਾਰੇ ਗਲਤੀਆਂ ਨੂੰ ਇਸ ਅਲਤਾਰ ਦੇ ਸਾਹਮਣੇ ਭੇਂਟ ਚੜਾ ਸਕੇ ਅਤੇ ਉਸ ਤੋਂ ਬਾਅਦ ਆਪਣੇ ਭੈਣ ਭਰਾਵਾਂ ਦੇ ਨਾਲ ਅਸੀਂ ਵੀ ਮੇਲ ਮਿਲਾਪ ਕਰ ਸਕੇ। ਹਾਂ ਪਿਆਰਿਓ, ਅੱਜ ਅਸੀਂ ਬੜੀ ਖੁਸ਼ੀ ਦੇ ਨਾਲ ਇਸ ਪਾਕਬਾਜ਼ ਦੀ ਕੁਰਬਾਨੀ ਦੇ ਵਿੱਚ ਭਾਗ ਲੈਂਦੇ ਹਾਂ। ਇਸ ਸਿੱਖਿਆ ਨੂੰ ਯਾਦ ਰੱਖੋ, ਆਪਣੇ ਭੈਣ ਭਰਾਵਾਂ ਦੇ ਨਾਲ ਮੇਲ ਮਿਲਾਪ ਕਰੋ, ਆਪਣੇ ਗਲਤੀਆਂ ਨੂੰ ਮੰਨੋ ਅਤੇ ਆਪਣੀ ਜ਼ਿੰਦਗੀ ਨੂੰ ਬਦਲ ਦਿਓ। ਵਿਸ਼ੇਸ਼ ਕਰਕੇ ਇਸ ਮਹਾਮਾਰੀ ਦੇ ਵੇਲੇ ਤੁਸੀਂ ਵੀ ਤੁਹਾਡੀ ਜ਼ਿੰਦਗੀ ਨੂੰ ਬਦਲ ਦਿਓ, ਤਾਂ ਕਿ ਪ੍ਰਭੂ ਯਿਸੂ ਹਮੇਸ਼ਾ ਸਾਡੇ ਪਰਿਵਾਰ ਦੇ ਵਿੱਚ ਵਾਸ ਕਰੇ, ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਵਾਸ ਕਰੇ, ਸਾਡੇ ਇਸ ਸਰੀਰ ਦੇ ਵਿੱਚ, ਇਸ ਜਿਸਮ ਦੇ ਵਿੱਚ ਵਾਸ ਕਰੇ, ਆਪਣੀ ਆਤਮਾ ਦੇ ਕੇ ਸਾਨੂੰ ਇੱਕ ਨਵਾਂ ਜੀਵਨ ਪ੍ਰਦਾਨ ਕਰੇ। ਇਸ ਮਕਸਦ ਲਈ ਆइए ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਅਤੇ ਵਿਸ਼ੇਸ਼ ਕਰਕੇ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਇਸ ਮਕਸਦ ਰੱਖਦੇ ਹੋਏ ਬਰਕਤਾਂ ਮੰਗੀਏ ਅਤੇ ਇੱਕ ਨਵਾਂ ਜੀਵਨ ਪ੍ਰਭੂ ਯਿਸੂ ਤੋਂ ਅਪਣਾ ਕੇ ਆਪਣੀ ਜ਼ਿੰਦਗੀ ਨੂੰ ਬਦਲ ਦਈਏ। ਖੁਦਾ ਤੁਹਾਨੂੰ ਸਾਰਿਆਂ ਨੂੰ ਅਣਗਿਣਤ ਆਸ਼ੀਸ਼ਾਂ ਪ੍ਰਦਾਨ ਕਰੇ।
चढ़ावा मेरा। जो कुछ मेरा सब है तेरा, करो कबूल चढ़ावा मेरा। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। जो मेरे है कौन सब तेरा है दान, हर वेले दिल विच रब तेरा है नाम। मालिक तू मेरा, खालिक तू मेरा, मेरे लिए सब कुछ बस तेरी है शान। तन मन ते तन सब है तेरा, करो कबूल चढ़ावा मेरा। जो कुछ मेरा सब है तेरा, करो कबूल चढ़ावा मेरा। ਪਿਆਰੀ ਪ੍ਰਾਤ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲਾ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਬਖਸ਼ ਦੇ ਕਿ ਸਾਡੀ ਪੁਰੋਹਿਤਾਈ ਸੇਵਾ ਦਾ ਇਹ ਨਜ਼ਰਾਨਾ ਤੇਰੇ ਲਈ ਪ੍ਰਵਾਨਯੋਗ ਹੋਵੇ ਅਤੇ ਤੇਰੇ ਲਈ ਸਾਡੇ ਪਿਆਰ ਨੂੰ ਵਧਾ ਦੇਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦੇ ਰਾਹੇ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੇ ਤੇਰਾ ਧੰਨਵਾਦ ਕਰੀ। ਆਪਣੀ ਸਲੀਬੀ ਮੌਤ ਤੇ ਜੀ ਉਠਣ ਦੇ ਰਾਹੀ ਉਸਨੇ ਸਾਨੂੰ ਪਾਪ ਅਤੇ ਮੌਤ ਤੋਂ ਛੁਡਾਇਆ ਅਤੇ ਸਾਨੂੰ ਉਸ ਸ਼ਾਨ ਦਾ ਮਾਣ ਬਖਸ਼ਿਆ ਜਿਸ ਦੇ ਦੁਆਰਾ ਅਸੀਂ ਇਹ ਇੱਕ ਚੁਣੀ ਹੋਈ ਕੁਲ ਸ਼ਾਹੀ ਪੁਰੋਹਿਤਾਈ, ਪਵਿੱਤਰ ਕੌਮ ਅਤੇ ਪ੍ਰਭੂ ਲਈ ਵੱਖਰੇ ਕੀਤੇ ਲੋਕ ਹੋਣ ਲਈ ਸੱਦੇ ਗਏ ਹਾਂ। ਅਸੀਂ ਹਰ ਜਗ੍ਹਾ ਤੇਰੇ ਅਤੀ ਮਹਾਨ ਕੰਮਾਂ ਦਾ ਐਲਾਨ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੇ ਅਨੋਖੇ ਚਾਨਣ ਵੱਲ ਪਹੁੰਚਾਇਆ ਹੈ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਾਨਾ। ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਂ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਾਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਕੇ ਅਤੇ ਸਭ ਪਵਿੱਤਰਤਾ ਦਾ ਸੋਮਾਹੀ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤੇਰੇ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੀ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ
ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਵੋ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਇਸ ਮਸੀਹ ਦੀ ਮੌਤ ਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਜੇ ਰਹੀਏ। ਇਹ ਪ੍ਰਭੂ, ਸਾਰੇ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ, ਬਿਸ਼ਪ ਐਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੇ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ। ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਸਾਡੇ ਸਾਰਿਆਂ ਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰਸੰਦੀ ਯੂਸਫ ਦੇ ਨਾਲ, ਧੰਨ ਰਸੂਲਾਂ, ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੀ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵਿੱਚ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਖੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ। ਆਓ ਉਸ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ
ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤਦਾਤਾ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अते जलाल युगो युग तेरा ही है। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੀ ਮਨ ਵੇਖ ਅਤੇ ਉਸ ਨੂੰ ਤੇਰੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ सदा तुम सदा तिकर। आमीन। प्रभु दी शांति सदा तुहाडे नाल होवे अते तुहाडी रूह नाल भी होवे। आइए ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। प्रभु दी शांति। ਐ ਲੇਲੇ ਖੁਦਾ ਦੇ, तू जड़ा दुनिया दे गुनाह चुक लैंदा है, साडे उत्ते दया कर। ऐ लेले खुदा दे, तू जड़ा दुनिया दे गुनाह चुक लैंदा है, साडे उत्ते दया कर। ऐ लेले खुदा दे, तू जड़ा दुनिया दे गुनाह चुक लैंदा है, सानू शांति दे। ਵੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸਦੇ ਗਏ ਹਨ। ऐ प्रभु मैं इस योग नहीं हाँ कि तू मेरी छत थल्ले आवें, पर एक ही शब्द आख अते मेरी रूह चंगी हो जावेगी। प्रभु यीशु मसीह ਦਾ ਪਵਿੱਤਰ ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ, तेरा प्यारा बेटा रोटी ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। दरवाजा खुला हुआ हमारे दिल में, आओ प्रभु, कोई तुझ सा देखा ना कहीं, सच्ची है ये मेरे यीशु। दिल का दरवाजा खुला हुआ हमारे दिल में, आओ प्रभु, कोई तुझ सा चले जहाँ तेरा नजारा कहाँ कहाँ, तेरी ही दया से चले जहाँ तेरा नजारा कहाँ कहाँ, तेरी ज़मीं आसमां सबका है तू मेहरबान। दिल का दरवाजा खुला हुआ हमारे दिल में, आओ प्रभु, कोई तुझ सा देखा ना कहीं, सच्ची है ये मेरे
ਪਾਕ ਸ਼ਾਕਤ ਲੈਣ ਤੋਂ ਪਿੱਛੋਂ ਸਿਜਦੇ ਦਾਮਲ, ਐ ਇਲਾਹੀ ਯੇਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯੇਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਅਸੀਂ ਪ੍ਰਾਰਥਨਾ ਕਰੀਏ। ये खुदा साडे बाप अपने बेटे दे बदन ते लहू नाल तो सानू रजाया है। अपनी रोह नाल साडी अगवाई कर, तां जो असी सिर्फ गल्लां नाल ही नहीं सगों साडे कर्मां ते जिंदगी नाल तेरी गवाही दे सकीए ਅਤੇ स्वर्ग विच दाखिल होण दे लायक बन जाइए। साडे प्रभु यीशु मसीह दे राही। आमीन। प्रभु तुहाडे नाल होवे ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। पूरी कुदरत वाला खुदा बाप, बेटा ਅਤੇ रूह पाक ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਪਵਿੱਤਰ ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਕਦੀ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੈਥੋਂ ਖਾਲੀ ਗਿਆ ਹੋਵੇ। ਐ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨਾਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਈ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾਲ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। मैं अंगूर दा बूटा, तुसीओ मेरिया टाणियां। कहंदा ए मसीह मैं अंगूर दा बूटा, तुसीओ मेरिया टाणियां। जेड़ियां टाणियां फल ना देंदियां, जेड़ियां टाणियां फल ना देंदियां, सड़ के सवा हो जानियां। कहंदा ए मसीह मैं अंगूर दा बूटा, तुसीओ मेरियां टाणियां।
ਰਹਿੰਦੀ ਏ, ਫਲਾਂ ਤੇ ਫੁੱਲਾਂ ਦੇ ਨਾਲੇ ਉੱਤੇ ਸਜੀ ਰਹਿੰਦੀ ਏ, ਰੱਖਦਾ ਖਿਆਲ ਉਹਦਾ ਬਾਗ ਦਾ ਮਾਲੀ, ਕਰਦਾ ਏ ਮਿਹਰਬਾਨੀਆਂ, ਰੱਖਦਾ ਖਿਆਲ ਉਹਦਾ ਬਾਗ ਦਾ ਮਾਲੀ, ਕਰਦਾ ਏ ਮਿਹਰਬਾਨੀਆਂ। ਜਿਹੜੀਆਂ ਟਾਹਣੀਆਂ ਫਲ ਨਾ ਦਿੰਦੀਆਂ, ਜਿਹੜੀਆਂ ਟਾਹਣੀਆਂ ਫਲ ਨਾ ਦਿੰਦੀਆਂ, ਸੜ ਕੇ ਸਵਾਹ ਹੋ ਜਾਣੀਆਂ। ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ, ਤੁਸੀਂ ਓ ਮੇਰੀਆਂ